ਸਤਿ ਸ਼੍ਰੀ ਅਕਾਲ ਜੀ। ਅੱਜ ਪੈਲਸ ਦੇ ਵਿੱਚ ਇਕੱਠ ਸੀਗਾ ਤੇ ਜਿੰਨੇ ਵੀ ਸਾਥੀ ਜਿਨ੍ਹਾਂ ਨੇ ਇਹਨਾਂ ਵੋਟਾਂ ਦੇ ਵਿੱਚ ਸਾਥ ਦਿੱਤਾ ਉਹ ਸਾਰੇ ਹੀ ਉੱਥੇ ਅੱਜ ਆਏ ਸੀ। ਤੇ ਉੱਥੇ ਮੈਂ ਅੱਜ ਇੱਕ ਗੱਲ ਬੋਲਿਆ ਸੀ ਕਿ ਬਖਸ਼ੇ ਨਹੀਂ ਜਾਣਗੇ। ਤਾਂ ਉਸ ਤੋਂ ਬਾਅਦ ਕਈ ਸੱਜਣਾਂ ਦੇ ਫੋਨ ਆਏ ਕਿ ਬਾਈ ਆਹ ਕੀ ਗੱਲ ਬੋਲਿਆ, ਕੀ ਰੌਲਾ ਹੋ ਗਿਆ, ਨਹੀਂ ਬੋਲਣੀ ਚਾਹੀਦੀ ਸੀ। ਤਾਂ ਥੋੜ੍ਹਾ ਜਿਹਾ ਨਾ ਮੈਂ ਉਹਦੇ ਬਾਰੇ ਸਪਸ਼ਟ ਕਰ ਦਿਆਂ, ਕਿਉਂਕਿ ਉਹ ਗੱਲ ਪੂਰੀ ਨਹੀਂ ਕਿਸੇ ਨੇ ਸੁਣੀ ਜਾਂ ਕਿਸੇ ਵੀ ਚੈਨਲ ਨੇ ਚਲਾ ਦਿੱਤੀ ਉਹਨੇ ਗੱਲ ਕੱਟ ਕੇ। ਅਸਲ ਗੱਲ ਉਹ ਕੀ ਸੀਗੀ ਉਹ ਵੀ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਵੋਟਾਂ ਦੇ ਵਿੱਚ ਜਿੱਤਾਂ ਹਾਰਾਂ ਨੇ ਜਿਹੜੀਆਂ ਦੇਖੋ ਉਹ ਚੱਲਦੀਆਂ ਰਹਿੰਦੀਆਂ ਨੇ। ਆਮ ਆਦਮੀ ਪਾਰਟੀ ਜਿੱਤੀ ਆ, ਆਮ ਆਦਮੀ ਪਾਰਟੀ ਨੂੰ ਆਪਾਂ ਉਸੇ ਦਿਨ ਹੀ ਵਧਾਈ ਵੀ ਦਿੱਤੀ ਸੀ ਵੀ ਭਾਈ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ ਹੈ, ਉਹਨਾਂ ਦੀ ਸ਼ਾਨਦਾਰ ਜਿੱਤ ਜਿਹੜੀ ਉਹ ਹੋਈ ਹੈ। ਜਦੋਂ ਕੋਈ ਪਾਰਟੀ ਜਿੱਤ ਜਾਂਦੀ ਆ, ਕੋਈ ਉਮੀਦਵਾਰ ਜਿੱਤ ਜਾਂਦਾ, ਤਾਂ ਜਿੰਨੇ ਉਹਦੇ ਨਾਲ ਜੁੜੇ ਹੋਏ ਉਹਦੇ ਸਾਥੀ ਹੁੰਦੇ ਆ ਜਿਨ੍ਹਾਂ ਨੇ ਜ਼ੋਰ ਲਾਇਆ ਹੁੰਦਾ। ਦੇਖੋ ਹਰ ਪਾਰਟੀ ਪਿੱਛੇ, ਹਰ ਬੰਦੇ ਪਿੱਛੇ ਬੰਦੇ ਜ਼ੋਰ ਲਾਉਂਦੇ ਆ, ਤਾਂ ਉਹਨਾਂ ਨੇ ਖੁਸ਼ੀ ਮਨਾਉਣੀ ਹੁੰਦੀ ਹੈ। ਇਹ ਬਣਦਾ ਵੀ ਹੈ, ਖੁਸ਼ੀ ਮਨਾਓ, ਚਾਹੇ ਤੁਸੀਂ ਭੰਗੜੇ ਪਾਓ, ਢੋਲ ਵਜਾਓ, ਰੰਗ ਪਾਓ, ਜੋ ਮਰਜ਼ੀ ਕਰੋ, ਕਰਨਾ ਚਾਹੀਦਾ ਵੀ ਹੈ। ਜ਼ੋਰ ਲੱਗਿਆ ਹੁੰਦਾ ਬੰਦਿਆਂ ਨੂੰ, ਉਹੀ ਤਾਂ ਦਿਨ ਹੁੰਦਾ ਬੰਦਿਆਂ ਕੋਲੇ ਕਿ ਯਾਰ ਅੱਜ ਮਸਾਂ ਦਿਨ ਆਇਆ, ਇੰਨਾ ਜ਼ੋਰ ਲੱਗਿਆ ਵਾ ਸੀ। ਪਰ ਉਹਦੇ ਵਿੱਚ ਕੀ ਬਣਦਾ, ਖੁਸ਼ੀ ਮਨਾਉਣ ਦੇ, ਜੇ ਤੁਸੀਂ ਖੁਸ਼ੀ ਮਨਾਉਣ ਦਾ ਢੰਗ ਤਰੀਕਾ ਤੁਹਾਡਾ ਇਹ ਹੋਊਗਾ, ਦੇਖੋ ਵੱਖੋ ਵੱਖਰੀਆਂ ਪਾਰਟੀਆਂ ਨਾਲ ਵੱਖੋ ਵੱਖਰੇ ਬੰਦੇ ਜੁੜੇ ਹੁੰਦੇ ਆ। ਤਾਂ ਜੇ ਤੁਸੀਂ ਕਿਸੇ ਦੇ ਘਰ ਮੁਹਰੇ ਜਾ ਕੇ, ਹੁਣ ਘਟਨਾਵਾਂ ਪਤਾ ਕੀ ਹੋਈਆਂ, ਮੈਂ ਤੁਹਾਨੂੰ 2-3 ਘਟਨਾਵਾਂ ਸਾਂਝੀਆਂ ਕਰਦਾ ਜਿਹਦਾ ਕਰਕੇ ਅੱਜ ਮੈਨੂੰ ਉਹ ਗੱਲ ਬੋਲਣੀ ਪਈ। ਉੱਥੇ ਘਟਨਾ ਕੀ ਹੋਈ ਤੁਹਾਨੂੰ ਮੈਂ ਇੱਕ ਭੈਣੀ ਚੂੜ ਪਿੰਡ ਦੀ ਘਟਨਾ ਦੱਸਦਾ ਕਿ ਉਸ ਪਿੰਡ ਦੇ ਵਿੱਚ ਇੱਕ ਜਿਹੜੀ ਔਰਤ ਆ ਉਹ ਧਾਰ ਕੱਢ ਰਹੀ ਸੀ ਮੱਝ ਦੀ। ਤਾਂ ਉੱਥੇ ਆ ਕੇ ਉਹ ਬਾਰ 'ਚ ਖੜ੍ਹ ਕੇ ਟਰੈਕਟਰ ਦੇ ਉੱਤੇ ਡੈਕ ਲਾ ਕੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਗਏ। ਚੀਕਾਂ ਮਾਰਦੇ ਮਾਰਦੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਯਾਰ ਘਰੇ ਔਰਤ ਹੈ ਜਿਹੜੀ ਉਹ ਦੁੱਧ ਧਾਰ ਕੱਢ ਰਹੀ ਆ, ਮੱਝ ਹਿੱਲ ਸਕਦੀ ਆ, ਉੱਤੇ ਵੀ ਚੜ੍ਹ ਸਕਦੀ ਆ ਬੁੜੀ ਦੇ ਮੱਝ। ਉੱਥੇ ਕਲਕਰੇ ਮਾਰਨੇ ਸ਼ੁਰੂ ਕਰਤੇ, ਫਿਰ ਅਖੀਰ ਤੇ ਗਾਲਾਂ 'ਤੇ ਆ ਗਏ। ਫਿਰ ਉਹ ਘਰ ਵਾਲੇ ਜਦੋਂ ਬਾਹਰ ਆਏ ਨਿਕਲ ਕੇ, ਜਾਂ ਹੋਰ ਆਂਢੀ ਗੁਆਂਢੀ ਇਕੱਠੇ ਹੋਏ, ਫਿਰ ਤੁਰ ਗਏ। ਫਿਰ ਚਲੋ ਉਹਨਾਂ ਨੇ ਵੀ ਮਾੜਾ ਮੋਟਾ ਬੋਲਿਆ ਕੁਛ। ਫਿਰ ਰਾਤ ਨੂੰ ਉਸੇ ਘਰੇ ਆ ਕੇ ਭੜਾਕੇ ਸੱਟ ਕੇ ਗਏ, ਨਾਲੇ ਗਾਲਾਂ ਕੱਢ ਕੇ ਗਏ। ਉਹ ਫਿਰ ਵੀ ਬੰਦੇ ਚਲੋ ਉਹਨਾਂ ਨੇ ਨਰਮਾਈ ਵਰਤੀ ਵੀ ਛੱਡੋ ਯਾਰ, ਰੁਕ ਗਿਆ ਸੀਗਾ ਵਿੱਚ ਦੀ, ਤਾਂ ਆਪਣੀ ਗੱਲਬਾਤ ਜਿਹੜੀ ਕੱਟੀ ਗਈ ਆ ਦੁਬਾਰਾ ਫਿਰ ਮਸਦਾ। ਮੈਂ ਕਿਹਾ ਲੋਕਾਂ ਨੇ, ਚਲੋ ਉਹਨਾਂ ਬੰਦਿਆਂ ਨੇ, ਪਰਿਵਾਰ ਨੇ ਨਰਮਾਈ ਵਰਤੀ ਵੀ ਛੱਡੋ ਯਾਰ, ਆਪਾਂ ਕਲੇਸ਼ ਨਹੀਂ ਕਰਨਾ, ਕੋਈ ਕਲੇਸ਼ 'ਚ ਨਹੀਂ ਪੈਣਾ। ਤਾਂ ਚਲੋ ਗੱਲ ਹੋਈ ਨਿਬੜੀ। ਤਾਂ ਉਸ ਤੋਂ ਬਾਅਦ ਫਿਰ ਦੂਜੇ ਪਿੰਡ ਦੀ ਘਟਨਾ ਤੁਹਾਨੂੰ ਦੱਸ ਦਿੰਦਾ ਮੈਂ। ਰਾਏਖਾਨੇ ਪਿੰਡ ਦੇ ਵਿੱਚ ਘਟਨਾ ਵਾਪਰੀ। ਇੱਕ ਪਰਿਵਾਰ ਹੱਥ ਨੇ ਬੈਠ ਕੇ ਘਰੇ ਆਪਣੇ ਰੋਟੀ ਖਾ ਰਿਹਾ ਹੈ, ਸਾਰਾ ਵਿਹੜੇ 'ਚ ਬੈਠੇ, ਵਿੱਚ ਹੀ ਬੁੜੀਆਂ ਬੈਠੀਆਂ, ਉਹਨਾਂ ਦੀਆਂ ਕੁੜੀਆਂ ਬੈਠੀਆਂ ਨੇ, ਪਰਿਵਾਰ ਬੈਠਾ ਹੈ। ਬਾਹਰ 'ਚ ਆਏ, ਛੱਤ ਦੇ ਉੱਤੇ, ਟਰੈਕਟਰ ਦੀ ਛਤਰੀ ਦੇ ਉੱਤੇ ਬੈਠੇ ਆ, ਡਿੱਕ ਲਾ ਕੇ ਉੱਤੇ ਖੜ੍ਹਾ ਕੇ ਟਰੈਕਟਰ, ਚੀਕਾਂ ਲਲਕਰੇ, ਚੱਕ ਦਿਆਂਗੇ, ਦੱਬ ਦਿਆਂਗੇ। ਉਹ ਜਦੋਂ ਫਿਰ ਇੱਕ ਬਾਪੂ ਅੰਦਰੋਂ ਚੁੱਲ੍ਹੇ 'ਚੋਂ ਖਲਪਾੜ ਕੱਢ ਕੇ ਲੈ ਕੇ ਬਾਹਰ ਨੂੰ ਆਇਆ, ਫਿਰ ਕਹਿੰਦੇ ਬਾਪੂ ਕੀ ਹਾਲ ਹੈ, ਸਤਿ ਸ਼੍ਰੀ ਅਕਾਲ। ਫਿਰ ਦੂਜੇ ਲੋਟ ਹੋ ਗਏ। ਫਿਰ ਜੇ ਕਰਦੇ ਹੋ ਫਿਰ ਚੱਲ ਵੀ ਲਿਆ ਕਰੋ। ਸੋ ਮਨਾਓ ਖੁਸ਼ੀ ਯਾਰ, ਅਸੀਂ ਤੁਹਾਡੇ ਨਾਲ, ਸਾਡਾ ਕੋਈ ਦੁਸ਼ਮਣੀ ਨਹੀਂ ਆ, ਵੈਰ ਨਹੀਂ ਆ, ਤੁਸੀਂ ਵੀ ਸਾਡੇ ਹੀ ਹੋ। ਪਰ ਯਾਰ ਇਸ ਤਰ੍ਹਾਂ ਦੀਆਂ ਹਰਕਤਾਂ ਇਹ ਚੰਗੀਆਂ ਨਹੀਂ ਹੈਗੀਆਂ। ਫਿਰ ਤੁਹਾਨੂੰ ਤੀਜੇ ਪਿੰਡ ਦੀ ਘਟਨਾ ਦੱਸਦਾ। ਇਹ ਮੌਲ ਹਲਕੇ ਦੀ ਰਾਮਣਵਾਸ ਪਿੰਡ ਹੈ। ਰਾਮਣਵਾਸ ਪਿੰਡ ਦੇ ਵਿੱਚ ਬਾਰ ਦੇ ਵਿੱਚ ਆ ਕੇ ਖੜ੍ਹ ਕੇ, ਤੁਸੀਂ ਲੱਖੇ ਦੇ ਸਾਲੇ ਬਣਦੇ ਸੀ, ਜਿਹੜੇ ਇਹੋ ਜਿਹੇ ਸ਼ਬਦ ਬੋਲੇ ਉਹਨਾਂ ਨੇ ਆ ਕੇ, ਮੈਂ ਤੁਹਾਨੂੰ ਇਹ ਤੇ ਬੋਲ ਕੇ ਦੱਸ ਨਹੀਂ ਸਕਦਾ। ਇਸ ਤਰ੍ਹਾਂ ਸਿੱਧੀਆਂ ਗਾਲਾਂ ਵੀ, ਇਸ ਤਰ੍ਹਾਂ ਦੇ ਸ਼ਬਦ, ਆਹ ਫੜ ਲਓ, ਆਹ ਫੜ ਲਓ, ਇਹੋ ਜਿਹੀਆਂ ਗੱਲਾਂ ਕੀਤੀਆਂ। ਫਿਰ ਜਦੋਂ ਅਗਲੇ ਨੇ ਅੰਦਰੋਂ ਆ ਕੇ ਲਿਆ ਕੇ ਖੋਪੜ ਖੋਲ੍ਹਤਾ, ਮਧਾਣੀ ਚੀਰਾ ਪਾਤਾ, ਫਿਰ ਦੂਜੇ ਪਾਸੇ ਹੋ ਗਏ, ਇਹ ਗੁੰਡਾਗਰਦੀ ਕਰਦੇ ਆ ਜੀ, ਇਹ ਧੱਕੇਸ਼ਾਹੀ ਕਰਦੇ ਆ ਜੀ। ਸੋ ਯਾਰ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਗੱਲਾਂ ਨੂੰ ਕੌਣ ਬਰਦਾਸ਼ਤ ਕਰੂਗਾ ਦੱਸੋ। ਜਿੱਤੇ ਆ ਜੀ, ਸਦਕੇ ਖੁਸ਼ੀ ਮਨਾਓ। ਆਪਦੇ ਘਰੇ ਤੁਸੀਂ ਭੰਗੜੇ ਪਾਓ, ਬੀਹਾਂ ਦੇ ਵਿੱਚ ਜਿਹੜੀਆਂ ਬੀਹਾਂ ਹੁੰਦੀਆਂ ਨੇ, ਗਲੀਆਂ ਹੁੰਦੀਆਂ ਨੇ, ਉਹਨਾਂ ਵੀ ਟਰੈਕਟਰ ਭਜਾਈ ਫਿਰੋ, ਜੋ ਮਰਜ਼ੀ ਕਰਦੇ ਫਿਰ। ਉਸੇ ਪਿੰਡ ਭੈਣੀ ਉਹੀ ਟਰੈਕਟਰ ਵਾਲਿਆਂ ਨੇ ਇੱਕ ਪਹਿਲਾਂ ਮੋਟਰਸਾਈਕਲ ਵਾਲਾ ਮਸਾਂ ਬਚਾ ਉਹ ਲੱਤ ਦੇਣਾ ਸੀ,
ਸੋ ਇਹ ਥੋੜ੍ਹੀ ਹੁੰਦਾ ਯਾਰ, ਜਿੱਤ ਨੂੰ ਉਸ ਤਰੀਕੇ ਦੇ ਨਾਲ ਤੁਸੀਂ ਮਨਾਓ, ਮਨਾਉਣਾ ਚਾਹੀਦਾ। ਅਸੀਂ ਨਹੀਂ ਕਹਿੰਦੇ ਨਾ ਮਨਾਓ, ਅਸੀਂ ਉਹਨਾਂ ਵਰਗੇ ਵੀ ਇਹ ਨਹੀਂ ਵੀ ਸਾਡਾ ਕੋਈ ਜਿਗਰਾ ਨਹੀਂ, ਅਸੀਂ ਜਿੱਤ ਨੂੰ ਥੋੜ੍ਹੀ ਨੂੰ ਬਰਦਾਸ਼ਤ ਨਹੀਂ ਕਰਦੇ। ਅਸੀਂ ਜਿਗਰਾ ਵੀ ਰੱਖਦੇ ਹਾਂ ਬਥੇਰਾ ਕੁਝ ਜ਼ਿੰਦਗੀ 'ਚ, ਅਸੀਂ ਚੰਗੇ ਮਾੜੇ ਦੌਰ, ਤੱਤੀਆਂ ਹਵਾਵਾਂ, ਬੜਾ ਕੁਝ ਚੱਲਿਆ। ਪਰ ਇਹ ਗੱਲ ਨਹੀਂ ਬਰਦਾਸ਼ਤ ਹੋਣੀ ਕਿ ਤੁਸੀਂ ਸਾਡੇ ਬੰਦਿਆਂ ਦੇ ਯਾਰ 12 ਦੇ ਵਿੱਚ ਆ ਕੇ ਤੁਸੀਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੋਗੇ। ਘਰੇ ਬੁੜੀਆਂ ਬੈਠੀਆਂ ਨੇ, ਉਹਨਾਂ ਨੂੰ ਤੁਸੀਂ ਪੁੱਠਾ ਸਿੱਧਾ ਇਸ ਤਰ੍ਹਾਂ ਦੇ ਇਸ਼ਾਰੇ ਕਰੋਗੇ, ਕੌਣ ਬਖਸ਼ੂਗਾ ਮੈਨੂੰ ਦੱਸੋ। ਚੋਣਾਂ ਦੇ ਪ੍ਰਚਾਰ ਦੇ ਵਿੱਚ ਮੈਂ ਹਮੇਸ਼ਾ, ਤੁਸੀਂ ਮੈਨੂੰ ਸੁਣਦੇ ਰਹੇ ਹੋਵੋਗੇ, ਮੈਂ ਇੱਕੋ ਹੀ ਪ੍ਰਚਾਰ ਪਿੰਡਾਂ ਦੇ ਵਿੱਚ ਕਰਦਾ ਰਿਹਾ। ਮੈਂ ਕਿਹਾ ਏਕਾ ਬਣਾ ਕੇ ਰੱਖੋ, ਭਾਈਚਾਰਾ ਬਣਾ ਕੇ ਰੱਖੋ। ਸਾਡੇ ਕੋਲੋਂ ਲੀਡਰਾਂ ਦਾ ਕੱਖ ਨਹੀਂ ਜਾਣਾ ਹੁੰਦਾ, ਸਾਡਾ ਏਕਾ ਬਰਕਰਾਰ ਰਹਿਣਾ ਚਾਹੀਦਾ, ਭਾਈਚਾਰਾ ਬਣਿਆ ਰਹਿਣਾ ਚਾਹੀਦਾ। ਵੋਟਾਂ ਤਾਂ 5 ਸਾਲ ਬਾਅਦ ਆਉਂਦੀਆਂ ਜਾਂਦੀਆਂ ਰਹਿਣੀਆਂ, ਕਿਸੇ ਨੇ ਜਿੱਤਣਾ ਕਿਸੇ ਨੇ ਹਾਰਨਾ। ਇਹ ਤਾਂ ਸਦਾ ਤਾਂ ਕੋਈ ਰਹਿੰਦਾ ਹੀ ਨਹੀਂ, ਇੱਥੇ ਵੀ ਸਦਾ ਕੁਝ ਚੁੰਬੜਿਆ ਰਹਿੰਦਾ। ਲੋਕਾਂ ਨੇ ਆ ਵੱਡੇ ਵੱਡੇ ਧਨੰਤਰ ਸੀ, ਜਿਹੜੇ ਵੱਡੇ ਵੱਡੇ ਖੁੰਡ ਸੀ, ਲੋਕਾਂ ਨੇ ਪੱਟ ਕੇ ਉਹ ਮਾਰੇ। ਇੱਥੇ ਸਦਾ ਕਿਹਦੀ ਹੋਈ ਹੈ ਇਹ ਰਾਜਨੀਤੀ? ਇਹਦਾ ਚੱਲਦਾ ਰਹਿੰਦਾ ਕੰਮ। ਪਰ ਸਾਡਾ ਭਾਈਚਾਰਾ ਨਾ ਖਰਾਬ ਹੋਵੇ, ਪਿੰਡਾਂ ਦਾ ਭਰੱਪੇ ਨਾ ਸਾਡੇ ਟੁੱਟਣ ਲੋਕਾਂ ਦੇ। ਮੈਂ ਹਮੇਸ਼ਾ ਇਹੀ ਪ੍ਰਚਾਰ ਕਰਦਾ ਰਿਹਾ ਵੀ ਲੋਕੋ, ਭਾਵੇਂ ਇੱਕ ਬੂਥ ਲਾ ਲਿਓ, ਇੱਕੋ ਟੈਂਟ 'ਚ ਬਹਿ ਜਾਓ ਸਾਰੀਆਂ ਪਾਰਟੀਆਂ ਵਾਲੇ, ਇੱਕੋ ਥਾਂ ਹੀ ਵੋਟਾਂ ਪਾਉਣ ਚਲੇ ਜਾਓ। ਮੈਂ ਤਾਂ ਹਮੇਸ਼ਾ ਇਹ ਹੁੱਕਾ ਦਿੱਤਾ ਕਿ ਲੀਡਰਾਂ ਦਾ ਮਗਰੋਂ ਕੱਖ ਨਹੀਂ ਜਾਣਾ, ਨਾ ਕਿਸੇ ਦੇ ਪਰਚਾ ਹੋਣਾ, ਨਾ ਕਿਸੇ ਨੇ ਜੇਲ੍ਹ ਜਾਣਾ, ਨਾ ਕਿਸੇ ਸਿਰ ਪੱਟਣਾ। ਉਹ ਸੋਡੇ ਹੀ ਪੱਟਣੇ ਆ, ਤੁਸੀਂ ਵੀ ਲੜਨਾ ਮਰ ਮਰ ਕੇ, ਕੱਖ ਨਹੀਂ ਕੱਢੋਗੇ ਇਹਨਾਂ ਗੱਲਾਂ 'ਚੋਂ। ਅਜੇ ਤਾਂ ਫੂਲ ਘਟਨਾ ਵਾਪਰੀ ਸੀ, ਵੋਟਾਂ ਦੀ ਕੋਈ ਘਟਨਾ ਸੀ। ਇੱਕ ਬੰਦਾ ਜਿੱਤਣ ਵਾਲੇ ਪਾਸੇ, ਦੂਜਾ ਹਾਰਨ ਵਾਲੇ ਪਾਸੇ ਸੀ। ਜਿੱਤਣ ਵਾਲਾ ਬੰਦਾ ਹਾਰਨ ਵਾਲੇ ਦੇ ਆ ਕੇ ਬਾਹਰ 'ਚ ਲਲਕਰੇ ਮਾਰਨ ਲੱਗ ਗਿਆ, ਉਹਨੇ ਚੱਕ ਕੇ ਸਿਰ 'ਚ ਕਸੌਲਾ ਮਾਰਿਆ, ਉਹਦੀ ਮੌਤ ਹੋ ਗਈ, ਉਹ ਮਰ ਗਿਆ। ਦੂਜਾ ਜੇਲ੍ਹ 'ਚ ਜਾ ਕੇ ਬਹਿ ਗਿਆ, ਉਹਨੂੰ ਉਮਰ ਕੈਦ ਹੋ ਗਈ। ਦੋਨੇ ਘਰ ਪੱਟੇ ਗਏ। ਲੀਡਰ ਮੁੜ ਕੇ 2 ਕਿਲੋ ਗੰਢੇ ਵੀ ਨਹੀਂ ਦੇ ਕੇ ਆਉਂਦੇ ਮੁਲਾਕਾਤ ਕਰਕੇ, ਵੀ ਅੰਦਰ ਜੇਲ੍ਹ 'ਚ ਪਤਾ ਹੀ ਲੈ ਆਉਣਗੇ, ਜਿੰਨਾ ਪਿੱਛੇ ਤੁਸੀਂ ਮਰਦੇ ਮਾਰਦੇ ਫਿਰਦੇ ਹੋ। ਇਸ ਕਰਕੇ ਕਹਿਣਾ ਕਿ ਇਹਨਾਂ ਹਰਕਤਾਂ ਤੋਂ ਆਵਾਜ਼ ਆਓ। ਫਿਰ ਤੁਸੀਂ ਮੁੜ ਕੇ ਸਾਡੇ ਤਵਾ ਹੋਈ ਧਰ ਲੈਂਦੇ ਆ, ਇਹ ਗੈਂਗਸਟਰ ਹੈ ਜੀ, ਇਹ ਗੈਂਗਸਟਰਾਂ ਦੀ ਬੋਲੀ ਫਿਰ ਬੋਲਦੇ ਆ, ਇਹ ਬਦਮਾਸ਼ਾਂ ਦੀ ਬੋਲੀ ਬੋਲਦੇ ਆ। ਇਹ ਕਿੱਥੋਂ ਦਾ ਸਲੀਕਾ ਤੇ ਤਰੀਕਾ ਹੈ ਕਿ ਤੁਸੀਂ ਕਿਸੇ ਨੂੰ ਕਹੋ ਤੁਸੀਂ ਲੱਖੇ ਦੇ ਸਾਲੇ ਬਣਦੇ ਸੀ, ਐਂ ਕਰਤਾ ਉਹ ਕਰਤਾ, ਗਲਤ ਇਸ਼ਾਰੇ ਬੈਠੀਆਂ ਹੋਣ ਤੇ ਫਿਰ ਤੁਹਾਨੂੰ ਖੰਡ ਕਿਹੜਾ ਪਾਊ, ਤੁਸੀਂ ਆਪੇ ਹਿਸਾਬ ਲਾ ਲਓ। ਸੋ ਇਸ ਕਰਕੇ ਸਾਡੇ ਵੱਲੋਂ ਰੋਜ਼ ਡੀਜੇ ਚਲਾਓ ਬਾਈ, ਨੱਚੋ, ਭੰਗੜੇ ਪਾਓ। ਮੈਂ ਫੇਰ ਕਹਿਣਾ, ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਆ, ਤੁਹਾਡੇ ਨਾਲ ਕੋਈ ਸਾਡੀ ਦੁਸ਼ਮਣੀ ਨਹੀਂ ਆ। ਤੁਸੀਂ ਵੀ ਸਾਡੇ ਹੋ, ਤੁਸੀਂ ਮੇਰੇ ਭਰਾ ਹੋ, ਕੋਈ ਛੋਟਾ ਹੋਣਾ ਕੋਈ ਵੱਡਾ ਹੋਣਾ। ਆ ਬੇਦੀ ਰੁਕ ਜਾਂਦਾ, ਸੋ ਰੇਂਜ ਕੱਟੀ ਜਾਂਦੀ ਹੈ, ਤਾਂ ਆਪਾਂ ਨੂੰ ਗੱਲਬਾਤ ਜਿਹੜੀ ਰੋਕਣੀ ਪੈਂਦੀ ਹੈ। ਬਸ ਮੈਂ ਇਹੀ ਸੁਨੇਹਾ ਦੇਣਾ ਸੀ ਜਿੰਨੇ ਵੀ ਸੱਜਣਾ। ਮੈਂ ਫੇਰ ਕਹਿਣਾ, ਤੁਹਾਨੂੰ ਜਿੱਤ ਦੀਆਂ ਲੱਖ ਲੱਖ ਮੁਬਾਰਕਾਂ, ਵਧਾਈਆਂ। ਲਓ ਆਨੰਦ, ਲਓ ਨਜ਼ਾਰੇ। ਦੇਖੋ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਕਹਿੰਦੇ ਹਾਂ, ਅਸੀਂ ਤਾਂ ਆਪ ਉਮੀਦ ਰੱਖਦੇ ਹਾਂ ਕਿ ਚੰਗੇ ਕੰਮ ਪੰਜਾਬ ਲਈ। ਲੋਕਾਂ ਨੇ ਇੱਕ ਆਸ, ਇੱਕ ਉਮੀਦ ਨੂੰ ਵੋਟ ਪਾਈ ਹੈ, ਇੱਕ ਬਦਲਾਅ ਨੂੰ ਵੋਟ ਪਾਈ ਹੈ, ਇੱਕ ਚੰਗੇ ਪੰਜਾਬ ਦੇ ਬਿਹਤਰ ਭਵਿੱਖ ਲਈ। ਸੋ ਚੰਗੀ ਗੱਲ ਆ, ਕੁਝ ਸਰਕਾਰ ਚੰਗੀ ਬਣੇ ਤਾਂ ਅਸੀਂ ਵੀ ਚਾਹੁੰਦੇ ਹਾਂ, ਅਸੀਂ ਵੀ ਉਮੀਦ ਕਰਦੇ ਹਾਂ। ਅਸੀਂ ਉਹਨਾਂ 'ਚੋਂ ਨਹੀਂ ਹੈਗੇ ਕਿ ਕਿਸੇ ਦੀਆਂ ਲੱਤਾਂ ਖਿੱਚੀ ਜਾਵਾਂਗੇ ਵੀ ਹਾਂ ਲੋਕਾਂ ਨੇ ਕਿਉਂ ਵੋਟਾਂ ਪਾਤੀਆਂ, ਕਿਉਂ ਸਰਕਾਰ ਬਣਾਤੀ। ਨਹੀਂ, ਲੋਕਾਂ ਨੇ ਤੁਹਾਨੂੰ ਚੁਣਿਆ, ਇੱਕ ਬਦਲ ਚੁਣਿਆ ਲੋਕਾਂ ਨੇ। ਲੋਕਾਂ ਨੂੰ ਕਰਕੇ ਦਿਖਾ ਦਿਓ। ਅਸੀਂ ਵੀ ਜਿੱਥੇ ਸਹੀ ਕੰਮ ਕਰੋਗੇ, ਤੁਹਾਡੀ ਹੌਸਲਾ ਅਫਜ਼ਾਈ ਵੀ ਕਰਾਂਗੇ, ਤੁਹਾਡੇ ਲਈ ਬੱਲੇ ਬੱਲੇ ਵੀ ਤੁਹਾਡੀ ਕਰਾਂਗੇ। ਜਿੱਥੇ ਸਰਕਾਰ ਗਲਤ ਕਰੂਗੀ, ਜੋ ਪੰਜਾਬ ਪੱਖੀ ਨਹੀਂ ਹੋਊਗੀ, ਉੱਥੇ ਫਿਰ ਘੇਰਾਂਗੇ ਵੀ। ਸੋ ਇਸ ਕਰਕੇ ਅਸੀਂ ਉਹਨਾਂ 'ਚੋਂ ਨਹੀਂ ਹੈਗੇ ਜਿਹੜੇ ਆਮ ਤੌਰ 'ਤੇ ਲੀਡਰ ਕਰਦੇ ਹੁੰਦੇ ਆ ਕਿ ਹਜਮ ਨਹੀਂ ਹੁੰਦੀਆਂ ਗੱਲਾਂ। ਸੋ ਇਸ ਕਰਕੇ ਭਰਾਵੋ, ਜਿੰਨੇ ਵੀ ਮੇਰੇ ਭਰਾ ਨੇ ਇਹੋ ਜਿਹੀਆਂ ਹਰਕਤਾਂ ਕਰ ਰਹੇ ਆ, ਕਿਸੇ ਦੇ ਬਾਰ 'ਚ ਜਾ ਕੇ ਲਲਕਰੇ ਮਾਰਦੇ ਆ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਆ, ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆ, ਉਹ ਬਾਜ ਆ। ਉਹ ਹਰਕਤਾਂ ਤੋਂ ਕੱਖ ਨਹੀਂ ਕਿਸੇ ਦਾ ਜਾਣਾ। ਕੋਈ ਅੱਕਿਆ ਹੋਇਆ ਬੰਦਾ ਸਿਰ ਖੋਲ੍ਹ ਦਿੰਦਾ ਅਤੇ ਜਾਂ ਫਿਰ ਪਿੱਤਲ ਭਰ ਦਿੰਦਾ, ਫਿਰ ਲਈ ਫਿਰ ਲੀਡਰਾਂ ਨੂੰ ਚੱਕ ਕੇ ਸਿਰ 'ਤੇ, ਕਿ ਇਹਦਾ ਕੱਖ ਨਹੀਂ ਬਾਈ ਜਾਣਾ। ਸੋ ਜਿੱਤ ਹੋ ਗਈ। ਆਪਾਂ ਤਾਂ ਪਹਿਲਾਂ ਹੀ ਬੜੇ ਆਪਸ ਵਿੱਚ ਲੜ ਮਰੀ ਜਾਂਦੇ ਹਾਂ। ਪਹਿਲਾਂ ਹੀ ਆਪਣੀ ਤਾਂ ਜਵਾਨੀ ਕੋਈ ਚਿੱਟੇ ਨੇ ਖਾ ਲਈ, ਕੋਈ ਕਿਸੇ ਤਰੀਕੇ ਨਾਲ ਮਰ ਗਿਆ, ਕੋਈ ਗੈਂਗਵਾਰ 'ਚ ਮਰ ਗਿਆ। ਅਤੇ ਹੁਣ ਇਕੱਲੇ ਆਪਾਂ ਬਿਨਾਂ ਗੱਲ ਤੋਂ ਇਹਨਾਂ ਲੀਡਰਾਂ ਦੇ ਪਿੱਛੇ ਜਾਂ ਸਿਆਸੀ ਪਾਰਟੀਆਂ ਦੇ ਪਿੱਛੇ ਆਪਣਾ ਭਾਈਚਾਰਾ ਖਰਾਬ ਕਰਕੇ ਚੰਗੀ ਗੱਲ ਨਹੀਂ ਹੈ। ਸੋ ਬਸ ਇੰਨੀ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ। ਅਤੇ ਜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰੋਗੇ, ਅਖੀਰ ਨੂੰ ਤੁਸੀਂ ਲੋਕਾਂ ਦੀਆਂ ਬੁੜੀਆਂ, ਲੋਕਾਂ ਦੇ ਘਰਾਂ ਤੱਕ ਆਓਗੇ, ਤਾਂ ਫਿਰ ਘੱਟ ਇੱਥੇ ਕੋਈ ਨਹੀਂ ਹੁੰਦਾ। ਆਟਾ ਸਾਰੇ ਉਹੀ ਚੱਕੀ ਦਾ ਖਾਂਦੇ ਹੁੰਦੇ ਆ ਅਤੇ ਉਹੀ ਮਿੱਟੀ ਦੇ ਜੰਮੇ ਆ। ਜਿਹੜੀ ਮਿੱਟੀ ਦੇ ਆਪਾਂ ਕਹਿੰਦੇ ਕਿ ਮੈਂ ਜੰਮਿਆ, ਸਾਰੇ ਆਪਾਂ ਉਸੇ ਮਿੱਟੀ ਦੇ ਜੰਮੇ ਆ। ਇਸ ਕਰਕੇ ਇਹਨੂੰ ਨਜ਼ਾਰੇ ਲਓ, ਸਗੋਂ ਦੀ ਕੋਸ਼ਿਸ਼ ਕਰੋ ਲੀਡਰਾਂ ਨੂੰ ਜਗਾਉਣ ਦੀ
ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਕੰਮ ਉਹ ਪੰਜਾਬ ਲਈ ਕਰਨ। ਬਸ ਇੰਨੀਆਂ ਕੁ ਮੇਰੀਆਂ ਤੁਹਾਨੂੰ ਗੁਜ਼ਾਰਿਸ਼ਾਂ ਜੀ। ਮੈਨੂੰ ਜਿਹੜਾ ਤੁਹਾਡੇ ਨਾਲ ਰੂਬਰੂ ਇਸ ਕਰਕੇ ਹੋਣਾ ਪੈ ਗਿਆ ਕਿ ਕਈ ਸੱਜਣਾਂ ਦੇ ਫੋਨ ਆਏ ਕਿ ਬਾਈ ਤੂੰ ਪੈਲਸ ਚਾਹ ਬੋਲ ਗਿਆ ਯਾਰ, ਵੀ ਬਖਸ਼ੇ ਨਹੀਂ ਜਾਣਗੇ। ਉਹ ਤਾਂ ਤੁਹਾਨੂੰ ਮੈਂ ਦੱਸਿਆ ਵੀ ਅਸਲ ਘਟਨਾਵਾਂ ਕੀ ਵਾਪਰੀਆਂ, ਪਿੰਡਾਂ ਦੇ ਵਿੱਚ ਕੀ ਹੋਇਆ, ਤਾਂ ਮੈਂ ਇਹ ਜਿਹੜਾ ਹੈਗਾ ਮੈਨੂੰ ਦੁਬਾਰੇ ਤੁਹਾਡੇ ਰੂਬਰੂ ਹੋ ਕੇ ਜਿਹੜੀ ਗੱਲਬਾਤ ਕਰਨੀ ਪਈ ਹੈ। ਧੰਨਵਾਦ, ਜਿਉਂਦੇ ਵਸਦੇ ਰਹੋ, ਰੱਬ ਰਾਖਾ।